ਨਵਜੋਤ ਸਿੰਘ ਸਿੱਧੂ ਪਾਕਿਸਤਾਨ ਤੋਂ ਵਾਪਸ ਆਉਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦੇ ਕਿਹਾ ਕਿ ਮੈਂ ਛੋਟੀਆਂ ਗੱਲਾਂ ਦੀ ਪਰਵਾਹ ਨਹੀਂ ਕਰਦਾ ਅਤੇ ਮੈਂ ਸਮੁੰਦਰਾਂ ਵਾਂਗ ਵੱਡੀਆਂ ਗੱਲਾਂ ਵਿੱਚ ਵਿਸ਼ਵਾਸ ਕਰਦਾ। ਉੱਥੇ ਹੀ ਨਵਜੋਤ ਸਿੱਧੂ ਨੇ ਕਿਹਾ ਦੇਸ਼ ਭਰ ਦੇ ਸਰਹੱਦ ਤੇ ਐਸੇ ਲਾਂਘੇ ਹੋਣੇ ਚਾਹੀਦੇ ਨੇ। ਸਾਨੂੰ ਸਾਰੇ ਮੰਦਿਰ ਖੋਲ ਦੇਣੇ ਚਾਹੀਦੇ। ਸਭ ਧਰਮਾਂ ਦੇ ਲੋਕਾਂ ਨੂੰ ਇੱਕ ਦੂਜੇ ਦੇ ਧਾਰਮਿਕ ਸਥਾਨਾਂ ਤੇ ਜਾਣਾ ਚਾਹੀਦਾ। ਮੁੱਖ ਤੌਰ ਤੇ ਦੋਵਾਂ ਦੇਸ਼ਾਂ ਵਿੱਚ ਵਪਾਰ ਵੀ ਖੁੱਲ੍ਹਣੇ ਚਾਹੀਦੇ ਜਿਸ ਨਾਲ ਦੋਨਾਂ ਪੰਜਾਬ ਨੂੰ ਮੁਨਾਫਾ ਹੋਵੇ। ਉੱਥੇ ਹੀ ਪੰਜਾਬ ਦੇ ਮੰਤਰੀ ਪ੍ਰਗਟ ਸਿੰਘ ਗੁਰਦੁਆਰਾ ਕਰਤਾਰਪੁਰ ਸਾਹਿਬ ਨਤਮਸਤਕ ਹੋਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਬਹੁਤ ਖੁਸ਼ ਨੇ ਕਿ ਉਹ ਗੁਰੂ ਨਗਰੀ ਤੋਂ ਹੋ ਕੇ ਵਾਪਸ ਆਏ ਨੇ। ਨਾਲ ਹੀ ਸਿੱਧੂ ਵੱਲੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਤਾਰੀਫ ਦੇ ਮੁੱਦੇ ਤੇ ਆਖਿਆ ਕਿ ਭਾਜਪਾ ਬਿਨਾਂ ਮਤਲਬ ਦਾ ਮੁੱਦਾ ਬਣਾਉਂਦੀ ਹੈ। ਜਦੋਂ ਮੋਦੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਜੱਫੀ ਪਾਉਂਦੇ ਨੇ ਉਦੋਂ ਸਭ ਠੀਕ ਹੁੰਦਾ ਹੈ। ਸਿੱਧੂ ਅਤੇ ਇਮਰਾਨ ਪੁਰਾਣੇ ਦੋਸਤ ਨੇ। ਅਗਰ ਹਾਕੀ ਦਾ ਖਿਡਾਰੀ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਹੁੰਦਾ ਤੇ ਉਹ ਮੇਰਾ ਵੀ ਦੋਸਤ ਹੁੰਦਾ। ਕੈਪਟਨ ਅਮਰਿੰਦਰ ਸਿੰਘ ਭਾਜਪਾ ਅਕਾਲੀ ਸਭ ਰਲੇ ਹੋਏ ਨੇ। जनहितैषी टीआरपी नहीं खरीदते, भरोसा जीतते हैं हम। जी सिद्धू जी ने एक और कंट्रोवर्शियल स्टेटमेंट दी है। उत्थे जानिया ही किया कि इमरान खान मेरे वड्डे भरा है, उन्होंने मैनू बहुत प्यार दिता होया ते उन्होंने किस तरह देखते हो। बीजेपी ने भी अटैक किया गया कि देखो जी राहुल गांधी नूं इहो बंदा मिलिया। तो सर उस चीज़ नूं की किस तरह तुसीं रिएक्ट करोगे सर? पता नहीं, वैसे अनफॉर्चुनेट पार्ट है कि ਅਸੀਂ ਥੋੜੇ ਦਿਨ ਹੋਏ ਆ ਪਾਕਿਸਤਾਨ ਨਾਲ ਕ੍ਰਿਕਟ ਮੈਚ ਖੇਡ ਕੇ ਹਟੇ ਆ। ਅਸੀਂ ਹੋਰ ਵੀ ਸਪੋਰਟਸ ਟਾਈਜ਼ ਹਮੇਸ਼ਾ ਜਿਹੜੀਆਂ ਉਹ ਡਿਵੈਲਪ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਕਿ ਇਦਾਂ ਦੀ ਕੜੱਤਣ ਨਾ ਵਧੇ। ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਬੀਜੇਪੀ ਇਹਨੂੰ ਕਿਸ ਐਂਗਲ ਨਾਲ ਦੇਖਦੀ ਹੈ ਔਰ ਇਹ ਬੜਾ ਅਨਫੋਰਚੂਨੇਟ ਪਾਰਟ ਹੈ ਕਿਉਂਕਿ ਜਦੋਂ ਜਿਸ ਧਰਤੀ ਤੇ ਅਸੀਂ ਜਾ ਕੇ ਆਏ ਆ ਉਹ ਹਮੇਸ਼ਾ ਇਨਸਾਨੀਅਤ ਦੀ ਗੱਲ ਹੋਈ ਆ ਉੱਥੇ ਤੇ ਉਸ ਇਨਸਾਨੀਅਤ ਤੇ ਗੁਰੂ ਨਾਨਕ ਦੇਵ ਦੀ ਫਿਲਾਸਫੀ ਅੱਜ ਤੋਂ 552 ਸਾਲ ਪਹਿਲਾਂ जो गुरु नानक देव जी ने कहा सी अज मैनू लगता इंसानियत ते पूरी टुक देगा। बट सर वो मत्था टेकने गए थे, इमरान खान की तारीफें करने की क्या जरूरत थी? गुरु नानक के दर पे गए थे, इमरान खान की तारीफें कर रहे हैं वहाँ पर, उसकी क्या जरूरत? इसके बारे तो नहीं पता। देखो गल तो सिर्फ इन्नी की है कि जदों मत्था टेक लिया ਜਦੋਂ ਮੱਥਾ ਟੇਕ ਲਿਆ ਜਦੋਂ ਕਿਸੇ ਤੁਹਾਡੇ ਵਰਗੇ ਉੱਥੇ ਵੀ ਪੱਤਰਕਾਰ ਨੇ ਕਿਤੇ ਪੁੱਛ ਲਿਆ ਹੋਊਗਾ ਕਿਉਂਕਿ ਦੇਖੋ ਮੈਂ ਮੰਨ ਲਓ ਸਪੋਜ਼ ਜੇ ਇਹ ਤਾਂ ਚਲੋ ਕ੍ਰਿਕਟ ਵਾਲੇ ਸੀ, ਮੈਂ ਤਾਂ ਹਾਕੀ ਵਾਲਾ ਸੀ, ਜੇ ਕਿਤੇ ਸ਼ਾਹਬਾਜ਼ ਕਿਤੇ ਪਾਕਿਸਤਾਨ ਦਾ ਚੀਫ ਮਿਨਿਸਟਰ ਹੋਵੇ ਪੰਜਾਬ ਦਾ ਤੇ ਜੇ ਕਿਤੇ ਟਾਈਜ਼ ਹੋ ਜਾਣ ਤਾਂ ਐਡੀ ਵੀ ਕੋਈ ਗੱਲ ਨਹੀਂ ਹੈ ਕਿਉਂਕਿ ਦੁਨੀਆ ਦੇ ਉੱਤੇ ਹਮੇਸ਼ਾ ਮੈਨੂੰ ਤਾਂ ਉਹ ਵੀ ਦਿਨ ਯਾਦ ਹੈ ਜਿੱਦਣ ਬਰਲਿਨ ਦੀ ਜਿਹੜੀ ਦੀਵਾਰ ਹੈ ਉਹ ਦੋਨਾਂ ਦੇਸ਼ ਦੇ ਲੋਕਾਂ ਨੇ ਤੋੜ ਦਿੱਤੀ ਸੀ। ਖੁਸ਼ਹਾਲੀ ਦੀ ਗੱਲ ਹੈ, ਇਨਸਾਨੀਅਤ ਦੀ ਗੱਲ ਹੈ। ਮੈਨੂੰ ਲੱਗਦਾ ਸਾਨੂੰ ਉਹਦੇ ਤੋਂ ਅੱਗੇ ਵਧਣ ਦੀ ਜ਼ਰੂਰਤ ਹੈ। ਲਾਸਟ ਟਾਈਮ ਜਦੋਂ ਗਏ ਸੀਗੇ ਉਸ ਵੇਲੇ ਵੀ ਕੰਟਰੋਵਰਸੀ ਸ਼ੁਰੂ ਹੋ ਗਈ ਸੀ। ਲਾਸਟ ਟਾਈਮ ਵੀ ਜਦੋਂ ਗਏ ਸੀਗੇ ਉਦੋਂ ਵੀ ਨਵਜੋਤ ਸਿੱਧੂ ਨੂੰ ਟਾਰਗੇਟ ਕੀਤਾ ਗਿਆ। ਅੱਜ ਵੀ ਗਏ ਨੇ, ਅੱਜ ਵੀ ਉਹਨਾਂ ਦਾ ਮੈਨੂੰ ਲੱਗਦਾ ਇਹੋ ਜੀ ਸਾਨੂੰ ਰਾਦਰ ਸਾਨੂੰ ਤਾਂ ਚੰਗੀਆਂ ਚੀਜ਼ਾਂ ਤੇ ਪਹਿਰਾ ਦੇਣ ਦੀ ਜ਼ਰੂਰਤ ਹੈ। ਸਾਨੂੰ ਇਸ਼ੂਜ਼ ਦੀਆਂ ਗੱਲਾਂ ਕਰਨ ਦੀ ਜ਼ਰੂਰਤ ਹੈ। ਹਮੇਸ਼ਾ ਡਾਇਵਰਸ਼ਨ ਹੁੰਦੀ ਆ। ਮੈਂ ਇਹ ਵੀ ਸਮਝਦਾ ਕਿਉਂਕਿ ਦੇਖੋ ਮੀਡੀਆ ਦਾ ਕਿਤੇ ਨਾ ਕਿਤੇ ਇਹਦੇ ਵਿੱਚ ਕਿਉਂਕਿ ਡੈਮੋਕ੍ਰੇਸੀ ਦਾ ਜਿਹੜਾ ਚੌਥਾ ਪਿਲਰ ਹੈ ਉਹਨੂੰ ਹਮੇਸ਼ਾ ਪੋਜ਼ਿਟਿਵ ਰੋਲ ਪਲੇ ਕਰਨਾ ਚਾਹੀਦਾ ਕਿਉਂਕਿ ਇਹਦੇ ਵਿੱਚੋਂ ਹੀ ਸਾਰਾ ਕੁਝ ਨਿਕਲਦਾ ਹੈਗਾ। ਔਰ ਮੈਨੂੰ ਨਹੀਂ ਲੱਗਦਾ ਕਿਉਂਕਿ ਸਾਡੀ ਇੰਪਲੋਇਮੈਂਟ ਕਿੱਥੇ ਹੈਗੀ ਆ ਸਾਡੇ ਪਿਛਲੇ ਸਮੇਂ ਦੇ ਵਿੱਚ ਕਿਉਂਕਿ ਮੈਂ ਸਮਝਦਾ ਮੋਦੀ ਜੀ ਨੇ ਜਿਹੜੇ ਆਹ 3 ਕਾਨੂੰਨ ਵਾਪਸ ਲਏ ਆ ਫਿਰ ਵੀ ਮੈਂ ਕਹਿੰਦਾ 1 ਸਾਲ ਬਾਅਦ ਚਾਹੇ 700 ਕਿਸਾਨਾਂ ਦੀ ਉਹਦੇ ਵਿੱਚ ਸ਼ਹਾਦਤ ਹੋਈ ਆ, ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋਇਆ ਔਰ ਉਹਦੇ ਬਾਵਜੂਦ ਵੀ ਮੈਂ ਤਾਂ ਉਹਨਾਂ ਦਾ ਫਿਰ ਵੀ ਧੰਨਵਾਦ ਕਰਦਾ ਕਿਉਂਕਿ ਜਿਹੜੀ ਸਿੱਖ ਕੌਮ ਆ ਨਾ ਹਮੇਸ਼ਾ ਜਦੋਂ ਕੁਝ ਅਚੀਵ ਕਰ ਲੈਂਦੀ ਆ ਉਹਦੇ ਤੋਂ ਬਾਅਦ ਵੀ ਹਮੇਸ਼ਾ ਉਸ ਪਰਮਾਤਮਾ ਦਾ ਵੀ ਧੰਨਵਾਦ ਕਰਦੀ ਆ ਤੇ ਕਈ ਉਸ ਇਨਸਾਨ ਦਾ ਵੀ ਧੰਨਵਾਦ ਕਰਦੀ ਪਰ ਦੇਰ ਆਏ ਦਰੁਸਤ ਆਏ ਕੁਛ ਤਾਂ ਠੀਕ ਹੋਇਆ। ਸੋ ਇਸ ਕਰਕੇ ਸਾਨੂੰ ਇਸ ਤੋਂ ਅੱਗੇ ਵਧਣ ਦੀ ਜ਼ਰੂਰਤ ਹੈ। ਪ੍ਰਗਟ ਜੀ ਇਦਾਂ ਲੱਗਦਾ ਕਿ ਇੱਕ ਸਪੈਸ਼ਲ ਵੈਲਕਮ ਵੀ ਮਿਲਦਾ ਹਮੇਸ਼ਾ ਨਵਜੋਤ ਸਿੱਧੂ ਨੂੰ। ਨਹੀਂ ਚੰਗੀ ਗੱਲ ਹੈ, ਸੈਲੀਬ੍ਰਿਟੀ ਆ ਉਹਦੇ 'ਚ ਕੀ ਪ੍ਰੋਬਲਮ ਹੈ? ਮੰਨ ਲਓ ਸਪੋਜ਼ ਹੁਣ ਕਈ ਇਹੋ ਜਿਹੇ ਮਿਨਿਸਟਰ ਹੁੰਦੇ ਆ ਜਿਨ੍ਹਾਂ ਨੂੰ ਰਾਜਪੁਰੇ ਤੋਂ ਗਾਹ ਨਹੀਂ ਕੋਈ ਜਾਣਦਾ ਹੁੰਦਾ। ਹੁਣ ਸਾਡੀ ਇਹ ਕਸੂਰ ਤਾਂ ਨਹੀਂ ਨਾ ਹੈ ਵੀ ਜੇ ਸਾਨੂੰ ਕੋਈ ਹਿੰਦੁਸਤਾਨ ਦੇ ਵਿੱਚ ਜਾਂ ਵਰਲਡ ਦੇ ਵਿੱਚ ਕਿਉਂਕਿ
ਪਾਰਟਿਕੂਲਰਲੀ ਸਪੋਰਟਸ ਕਰਕੇ ਜਾਂ ਪਾਰਟਿਕੂਲਰਲੀ ਕਿਸੇ ਉਸ ਫੀਲਡ ਦੇ ਹੋਣ ਕਰਕੇ ਜੇ ਰਿਕੋਗਨਾਈਜੇਸ਼ਨ ਮਿਲਦੀ ਹੈ ਤਾਂ ਫਿਰ ਮੈਨੂੰ ਨਹੀਂ ਲੱਗਦਾ ਇਹਦੇ 'ਚ ਕੋਈ ਮਾੜੀ ਗੱਲ ਹੈਗੀ है। सर बीजेपी का ये भी कहना है कि अगर नवजोत सिंह सिद्धू के इमरान खान के साथ अच्छे रिलेशंस हैं तो उन्हें ये क्यों नहीं कहते कि क्रॉस बॉर्डर टेररिज्म जो है वो बंद करें, हथियार भेजना बंद करें, पंजाब में ड्रग्स भेजना बंद करें। तो नवजोत सिंह सिद्धू सिर्फ उनकी तारीफें करते, अपने क्लाउड को यूज क्यों नहीं करते नेशनल इंटरेस्ट के लिए? ऐसा है, देखो आप इसको जैसे मर्जी इसको चला सकते हो। हम ये भी कह सकते हैं कि क्योंकि भाई हिंदुस्तान हमारा है, पाकिस्तान उनका है, क्योंकि हम हिंदुस्तान के लिए दृढ़ है, क्योंकि हम जब हिंदुस्तान का झंडा हाथ में लेके, क्योंकि मैं 10 साल कप्तान रहा हूं, जब हिंदुस्तान का झंडा लेके जाते हैं तो हम हिंदुस्तान की बात करते हैं। ये डिफरेंट बात है कि हाँ भाई कोई बंदा वहाँ का भी उस टाइम कैप्टन था, वो क्रिकेट खेला हुआ था, आज वहाँ का प्राइम मिनिस्टर, अगर इमरान खान प्राइम मिनिस्टर ही ना बनता तो फिर क्या ऐसी बात थी? क्योंकि वाजपेयी जी गए, मोदी जी खुद गए, जब मोदी जी जफ्फी डालते हैं बीजेपी को कुछ नहीं, सारा कुछ ठीक लगता है भाई। वो तो एक मेरे को अभी याद नहीं आ रहा, किसी के उसमें चले गए थे, किसी का जन्मदिन मनाने चले गए थे, नवाज शरीफ जी का। और ऐसी बातें हमें करनी नहीं चाहिए, क्योंकि हमें हमारी प्रॉब्लम्स और हैं, लेकिन पॉलिटिकल सिस्टम उसको डाइवर्ट और तरह करता है। तो मेरा ख्याल नहीं कि हमें ऐसी बातें करनी चाहिए। किसानों ने कह दिया कि जब तक संसद में नहीं होंगे रिपील तब तक वो बैठे रहेंगे। एमएसपी का भी ऐड कर लिया, तो अब कुछ डिमांड उठ रही है कि लोगों उनकी डिमांड तो पूरी कर दी है, तो खाली कर देने चाहिए रोड, इससे आगे रखने चाहिए जारी। नहीं, देखो कॉन्फिडेंस बिल्डअप करना चाहिए। बीजेपी ने ये अच्छा एक स्टेप लिया है। ये ठीक है कि कैप्टन अमरिंदर सिंह वो डिज़ाइन करते थे, बीजेपी उसके बैक में थी, अकाली दल उसको सपोर्ट करता था। ये तो बातें मैं 3 साल पहले क्योंकि मैंने 3 साल पहले शुरू की थी, ये आज बड़ा क्लियर हो गया, क्योंकि कैप्टन अमरिंदर सिंह ने, मेरा ख्याल है कि पूरे पेज की कुछ अखबारों को ऐड दे दी। तो मेरा ख्याल है कि ये पूरा डिज़ाइन था। ये दूसरी बात है कि डिज़ाइन ये पहले नंगा हो गया, डिज़ाइन लोगों के सामने पहले आ गया, नहीं तो कैप्टन अमरिंदर सिंह ने यही करना था। बीजेपी, अकाली दल और कैप्टन अमरिंदर सिंह ये साथ साथ ही डिज़ाइन करते थे। एक वो ड्रग का इशू है, उसमें विक्रम मजीठिया जो हाई कोर्ट में चले गए हैं, आप उसमें क्या कहना चाहते हो? रिपोर्ट करनी चाहिए भाई। देखो, मैं तो कभी आज तक किसी का नाम नहीं लिया। मैं ये कहता हूँ कि ये हमारी एक इशू है। इट इज़ ए एडमिनिस्ट्रेटिव कम सोशल प्रॉब्लम, क्योंकि एडमिनिस्ट्रेटिवली पिछले समय में हमारी लड़ाई कैप्टन अमरिंदर सिंह से भी रही है। मैं तो आज भी हमेशा ये कहता हूँ कि जो इश्यूज़ हैं, आज भी हमारा इरिगेशन का इशू अभी खड़ा है, उसके ऊपर काम करने की ज़रूरत है। हमने सिर्फ जो पावर परचेज एग्रीमेंट है, उसकी जो क्लॉजेज हैं, जो स्पेशली फाइनेंशियल क्लॉजेज हैं, उसको रद्द किया है। इसलिए किया है कि वो पंजाब के फ़ायदे में नहीं है, और जो ऐसी क्लॉजेज हैं जो पंजाब के बिल्कुल अगेंस्ट है, हमने उनको रद्द किया है। और आने वाले समय में, क्योंकि ऐसा नहीं हो सकता कि पंजाब को हम फाइनेंशियली इतना नीचे ले जाएं और पंजाब का बहुत बड़ा नुकसान हो। प्रगट जी, ਹੁਣ ਕੈਪਟਨ ਅਮਰਿੰਦਰ ਸਿੰਘ ਜਿਹੜੇ ਨੇ ਉਹ ਕਾਂਗਰਸ ਦੇ ਸਾਹਮਣੇ ਚੁਣੌਤੀ ਪੇਸ਼ ਕਰਨਗੇ, ਬੀਜੇਪੀ ਦੇ ਨਾਲ ਸੀਟ ਸ਼ੇਅਰਿੰਗ ਕਰਕੇ ਆ ਰਹੇ ਨੇ। इसमें अनड्यू ये ट्रिब्यूनल वो नहीं है। बेसिकली तो हमने इसको, जो अथॉरिटी है उसको भेजा है, भी हमारे साथ ये जाती हुई है, इसको रिव्यू करके पिछले 6 साल की परफॉर्मेंस देख के उसको रिव्यू करो, ताकि पंजाब का नुकसान ना हो। सर, जिस दिन सीएम गए नवजोत सिंह सिद्धू नहीं थे, आज नवजोत सिंह सिद्धू गए हैं, डिप्टी सीएम जो हैं वो नहीं गए, कैसे? क्या ये नहीं, ऐसी कोई बात नहीं है यार। जिसको भी टाइम मिला, जिसको भी चांस मिला, मान लो सपोज मेरे भी कुछ फंक्शन थे, लेकिन मैंने ये महसूस किया कि हाँ भी मेरे को वहाँ जाना चाहिए, जो गुरु नानक, जहाँ से गुरु नानक फ़िलासफ़ी शुरू होती है, वहाँ जाना चाहिए। मैंने विज़िट किया और वहाँ अपना रिगार्ड पे किया है। और मेरा ख्याल है कि ये फ़िलासफ़ी दुनिया में आज की तारीख में, जहाँ बहुत सी स्पीड आ गई दुनिया में, बहुत सी ऐसी चीज़ें हो रही हैं जहाँ इंसानियत शर्मसार भी हो रही है, इस फ़िलासफ़ी को आज से 500 साढ़े 500 साल पहले से भी ज़्यादा कारगर जो हो सकती है, अगर इस फिलॉसफी को हम आगे लेके बढ़े। प्रगट जी, कैप्टन अमरिंदर ਸਿੰਘ ਜਿਹੜੇ ਨੇ ਵਿਰੋਧੀ ਬਣ ਕੇ ਕਾਂਗਰਸ ਦੇ ਸਾਹਮਣੇ ਹੁਣ ਖੜੇ ਹੋ ਰਹੇ ਨੇ, ਔਰ ਉਹ ਕਹਿ ਰਹੇ ਨੇ ਬੀਜੇਪੀ ਦੇ ਨਾਲ ਸੀਟ ਸ਼ੇਅਰਿੰਗ ਕਰਕੇ ਮੈਂ ਚੋਣ ਲੜੂੰਗਾ। ਇਹ ਪਹਿਲਾਂ ਵੀ ਵਿਰੋਧੀ ਸੀਗੇ, ਇਹ ਤਾਂ ਨੰਗੇ ਥੋੜਾ ਜਿਹਾ ਪਹਿਲਾਂ ਹੋ ਗਏ। ਸੱਚੀ ਗੱਲ ਹੈ, ਸਾਰੇ ਜਣੇ ਇਕੱਠੇ ਸੀ, ਬੀਜੇਪੀ ਡਿਜ਼ਾਈਨ ਕਰਦੀ ਸੀ
ਕਾਂਗਰਸ ਤੋਂ ਕੈਪਟਨ ਅਮਰਿੰਦਰ ਸਿੰਘ ਸੀ। ਇਹ ਠੀਕ ਆ ਵੀ ਸਾਡੀ ਪਾਰਟੀ ਨੇ ਇਹਨੂੰ ਪਹਿਲਾਂ ਨਹੀਂ ਦੇਖਿਆ, ਪਰ ਮੈਂ ਤਾਂ 3.5 ਸਾਲ ਪਹਿਲਾਂ ਇਹ ਗੱਲ ਚਿੱਠੀ ਲਿਖ ਕੇ ਲਿਖੀ ਸੀ ਵੀ ਹਾਂ ਬਈ ਇਹ ਕੀ ਕਰਨ ਡਏ ਆ ਤੁਸੀਂ, ਕਿਉਂਕਿ ਤੁਹਾਨੂੰ ਯਾਦ ਹੋਣਾ ਮੈਂ ਉਦੋਂ ਵੀ ਪਿੱਛੇ ਲੈ ਜਾਂਦਾ ਜਦੋਂ ਹਰਜੀਤ ਸਿੰਘ ਸੱਜਣ ਆਏ ਸੀ ਹਿੰਦੁਸਤਾਨ ਦੇ ਵਿੱਚ। ਹਿੰਦੁਸਤਾਨ ਦੀ ਸਰਕਾਰ ਨੇ ਉਹਨਾਂ ਨੂੰ ਤਿੰਨੇ ਫੋਰਸਿਸ ਦਾ ਗਾਰਡ ਆਫ ਆਨਰ ਦਿੱਤਾ ਸੀ। ਫਡਨਵੀਸ ਨਾਲ ਤੇ ਖੱਟੜ ਨਾਲ ਮੁਲਾਕਾਤ ਕਰਾਈ ਸੀ, ਖੱਟੜ ਜੀ ਨਾਲ, ਔਰ ਕੈਪਟਨ ਅਮਰਿੰਦਰ ਸਿੰਘ ਨੇ ਉਦੋਂ ਉਹਨਾਂ ਨੂੰ ਮੰਦਾ ਚੰਗਾ ਬੋਲਿਆ ਸੀ ਕਿ ਇਹ ਖਾਲਿਸਤਾਨੀ ਆ। ਤੇ ਜੇ ਉਹ ਖਾਲਿਸਤਾਨੀ ਹੁੰਦੇ ਤੇ ਗਵਰਨਮੈਂਟ ਆਫ ਇੰਡੀਆ ਨੇ ਉਹਨਾਂ ਨੂੰ ਸਟੇਟ ਗੈਸਟ ਕਿਉਂ ਬੁਲਾਇਆ ਸੀ, ਉਹਨਾਂ ਨੂੰ ਤਿੰਨੇ ਫੋਰਸਿਸ ਦਾ ਆਨਰ ਕਿਉਂ ਦਿੱਤਾ ਸੀ, ਦੋਨੇ ਚੀਫ ਮਿਨਿਸਟਰਸ ਨਾਲ ਮੁਲਾਕਾਤ ਕਿਉਂ ਕਰਾਈ ਸੀ। ਇਸ ਕਰਕੇ ਇਹ ਡਿਜ਼ਾਈਨ ਜਿਹੜਾ ਹੈ ਇੱਕ ਡਿਫਰੈਂਟ ਡਿਜ਼ਾਈਨ ਆ। ਇਸ ਕਰਕੇ ਸਾਡੇ ਦੇਸ਼ ਦੇ ਲੋਕਾਂ ਨੂੰ ਅਸੀਂ ਮਾੜੇ ਪਾਸੇ ਨੂੰ ਨਾ ਤੋਰੀਏ, ਕਿਉਂਕਿ ਸਾਡੀਆਂ ਸਮੱਸਿਆਵਾਂ, ਸਾਡੀ ਐਜੂਕੇਸ਼ਨ, ਸਾਡੀ ਨੌਜਵਾਨ ਪੀੜ੍ਹੀ, ਸਾਨੂੰ ਉਹਨੂੰ ਸਮੇਂ ਦਾ ਹਾਣੀ ਬਣਾਉਣਾ, ਉਹਨੂੰ ਇੰਪਲੋਏਬਿਲਿਟੀ ਤੱਕ ਲੈ ਕੇ ਜਾਣਾ, ਉਹਨੂੰ ਚੰਗੀ ਸੋਚ ਦੇਣੀ ਸਰਕਾਰਾਂ ਦਾ ਇਹ ਕੰਮ ਹੁੰਦਾ। ਸਰਕਾਰਾਂ ਦਾ ਇਹ ਕੰਮ ਨਹੀਂ ਹੁੰਦਾ ਕਿ ਅਸੀਂ ਕਿਸੇ ਨੂੰ ਮਾੜੇ ਪਾਸੇ ਨੂੰ ਲੈ ਕੇ। यदि आपको हमारी ये वीडियो पसंद आई तो हमारे चैनल को लाइक, शेयर और सब्सक्राइब करें। ऐसी और अपडेट्स देखने के लिए बेल आइकॉन जरूर दबाएं।